ਹੁਣ ਜਦੋਂ ਇਹ ਬਾਦਸ਼ਾਹ ਗਿਆ, ਦੇਖਿਆ ਲਾਈਨ ਲੱਗੀ ਹੋਈ ਹੈ, ਤਾਂ ਬਾਦਸ਼ਾਹ ਜਦੋਂ ਅੱਗੇ ਜਾਣ ਲੱਗਾ ਤਾਂ ਫਕੀਰ ਨੇ ਇਸ਼ਾਰਾ ਕੀਤਾ, ਬਾਦਸ਼ਾਹ ਲਾਈਨ 'ਚ ਆ, ਇਹ ਫਕੀਰ ਦਾ ਦਰ ਹੈ, ਇਹ ਤੇਰਾ ਦਰਬਾਰ ਨਹੀਂ ਹੈ ਜਿੱਥੇ ਅੱਗੇ ਆਵੇਂ ਤੂੰ। ਹੁਣ ਬਾਦਸ਼ਾਹ ਨੇ ਕਿਹਾ ਫਕੀਰ ਬਣਾ, ਠੀਕ ਹੈ, ਲਾਈਨ 'ਚ ਲੱਗ ਗਿਆ ਬਾਦਸ਼ਾਹ, ਲਾਈਨ 'ਚ ਲੱਗ ਗਿਆ ਬਾਦਸ਼ਾਹ। ਹੁਣ ਜਦੋਂ ਕਰਦੇ ਕਰਦੇ ਬਾਦਸ਼ਾਹ ਦੀ ਵਾਰੀ ਆਈ ਤਾਂ ਬਾਦਸ਼ਾਹ ਨੇ ਕੁਝ ਅਸ਼ਰਫੀਆਂ ਅੱਗੇ ਰੱਖੀਆਂ, ਫਕੀਰ ਨੇ ਉੱਧਰ ਦੇਖਿਆ ਤੱਕ ਨਹੀਂ। ਤਾਂ ਬਾਦਸ਼ਾਹ ਨੇ ਕਿਹਾ ਵਾਕਈ ਇਹ ਫਕੀਰ ਤਾਂ ਬੜਾ ਕਰਨੀ ਵਾਲਾ ਹੈ। ਬਾਦਸ਼ਾਹ ਨੇ ਹੱਥ ਜੋੜੇ ਕਿ ਐ ਫਕੀਰ, ਮੈਨੂੰ ਦੁਆ ਦਿਓ ਕਿ ਮੈਂ ਜੰਗ ਲੜਨ ਜਾ ਰਿਹਾ, ਮੇਰੀ ਜਿੱਤ ਹੋਵੇ। ਤਾਂ ਫਕੀਰ ਨੇ ਕਿਹਾ ਬਾਦਸ਼ਾਹ ਤੇਰੀ ਜਿੱਤ ਜ਼ਰੂਰ ਹੋਏਗੀ, ਵਿਸ਼ਵਾਸ ਰੱਖ, ਤੇਰੀ ਜਿੱਤ ਜ਼ਰੂਰ ਹੋਏਗੀ, ਵਿਸ਼ਵਾਸ ਰੱਖ। ਹੁਣ ਬਾਦਸ਼ਾਹ ਨੇ ਜਦੋਂ ਫਕੀਰ ਦੇ ਵਚਨ ਸੁਣੇ ਤਾਂ ਖੁਸ਼ੀ ਦੇ ਵਿੱਚ ਬਾਦਸ਼ਾਹ ਨੇ ਆਪਣੇ ਗਲ ਚੋਂ ਹੀਰਿਆਂ ਦਾ ਹਾਰ ਉਤਾਰ ਕੇ ਫਕੀਰ ਦੇ ਚਰਨਾਂ 'ਚ ਰੱਖ ਦਿੱਤਾ। ਹੀਰਿਆਂ ਦਾ ਹਾਰ ਉਤਾਰ ਕੇ ਫਕੀਰ ਦੇ ਚਰਨਾਂ 'ਚ ਰੱਖਤਾ ਕਿ ਮੈਨੂੰ ਐਡਾ ਵੱਡਾ ਵਰਦਾਨ ਮਿਲ ਗਿਆ, ਆਸ਼ੀਰਵਾਦ ਮਿਲ ਗਿਆ ਕਿ ਤੇਰੀ ਜਿੱਤ ਹੋਏਗੀ। ਕਿੱਥੇ ਮੇਰੇ ਅੰਦਰ ਇੱਕ ਡਰ ਸੀ, ਚਿੰਤਾ ਸੀ ਕਿ ਕਿਤੇ ਮੇਰੀ ਹਾਰ ਨਾ ਹੋ ਜਾਵੇ। ਹੁਣ ਫਕੀਰ ਨੇ ਵਚਨ ਦੇ ਦਿੱਤਾ, ਇਸ ਲਈ ਖੁਸ਼ੀ ਦੇ ਵਿੱਚ ਹੀਰਿਆਂ ਦਾ ਹਾਰ ਜਿਹਦੀ ਕੀਮਤ ਲੱਖਾਂ ਰੁਪਇਆ ਉਹਦੇ ਅੱਗੇ ਰੱਖ ਦਿੱਤਾ। ਹੁਣ ਜਦੋਂ ਰੱਖਿਆ ਤਾਂ ਫਕੀਰ ਨੇ ਉਹ ਹਾਰ ਚੱਕ ਕੇ ਕਿਹਾ ਬਾਦਸ਼ਾਹ ਲੈ ਜਾ, ਮੈਨੂੰ ਤੇਰੇ ਹੀਰਿਆਂ ਦੀ ਲੋੜ ਨਹੀਂ ਹੈ, ਚੱਲ ਦੌੜ। ਬਾਦਸ਼ਾਹ ਕਹਿੰਦਾ ਕਮਾਲ ਦੀ ਗੱਲ, ਆਸ਼ੀਰਵਾਦ ਲੈ ਕੇ ਬਾਦਸ਼ਾਹ ਤੋਂ ਤੁਰ ਪਿਆ। ਜਦੋਂ ਤੁਰਿਆ ਬਾਦਸ਼ਾਹ ਤਾਂ ਹੁਣ ਜ਼ਰਾ ਗੌਰ ਕਰਨਾ, ਜਦੋਂ ਤੁਰਿਆ ਤਾਂ ਕਹਿੰਦੇ ਹੈ ਇਹ ਉੱਠ ਕੇ ਫਕੀਰ ਖੜ ਗਿਆ ਔਰ ਆਵਾਜ਼ ਮਾਰੀ ਬਾਦਸ਼ਾਹ ਇੱਧਰ ਆ। ਬਾਦਸ਼ਾਹ ਜਦੋਂ ਆਇਆ ਤਾਂ ਉਸ ਵੇਲੇ ਇਹਨਾਂ ਕਿਹਾ ਬਾਦਸ਼ਾਹ ਪਹਿਚਾਣਿਆ ਨਹੀਂ ਮੈਨੂੰ, ਮੈਂ ਉਹੀ ਮਹਿਰੂਪੀਆਂ ਹਾਂ। ਹੁਲੀਆ ਜਦੋਂ ਉਤਾਰਿਆ ਨਾ, ਜੋ ਵੇਸ਼ਭੂਸ਼ਾ ਬਣਾਈ ਸੀ, ਬਾਦਸ਼ਾਹ ਹੈਰਾਨ ਰਹਿ ਗਿਆ। ਬਾਦਸ਼ਾਹ ਕਹਿੰਦਾ ਅੱਜ ਮੈਂ ਸੱਚੀ ਤੈਨੂੰ ਪਹਿਚਾਣਿਆ ਨਹੀਂ, ਲਿਆਓ ਵੀ 10,000 ਸੋਨੇ ਦੀ ਮੋਹਰ ਇਹਨੂੰ ਦਿਓ, ਕਿਉਂਕਿ ਅੱਜ ਇਹ ਜਿੱਤ ਗਿਆ। ਤਾਂ ਉਸ ਵੇਲੇ ਉਹਨਾਂ ਕਿਹਾ ਬਾਦਸ਼ਾਹ ਹੁਣ ਮੈਨੂੰ 10,000 ਸੋਨੇ ਦੀ ਮੋਹਰ ਨਹੀਂ ਚਾਹੀਦੀ। ਬਾਦਸ਼ਾਹ ਕਹਿੰਦਾ ਕਿਉਂ? ਉਹਦੀ ਖਾਤਰ ਤਾਂ ਤੂੰ ਇੰਨੀ ਮਿਹਨਤ ਕੀਤੀ, ਉਹਦੀ ਖਾਤਰ ਤਾਂ ਤੂੰ ਇੰਨਾ ਕੁਝ ਕਰ ਰਿਹਾ ਸੀ ਕਿ ਮੈਨੂੰ 10,000 ਸੋਨੇ ਦੀ ਮੋਹਰ ਮਿਲੇ। ਔਰ ਨਾਲੇ ਪਾਗਲਾ, ਤੂੰ 10,000 ਸੋਨੇ ਦੀ ਮੋਹਰ ਚਾਹੁੰਦਾ ਸੀ, ਉਹ ਮੈਂ ਇੰਨਾ ਕੀਮਤੀ ਹੀਰਿਆਂ ਦਾ ਹਾਰ ਤੇਰੇ ਅੱਗੇ ਰੱਖ ਦਿੱਤਾ ਜਿਹਦੀ ਕਿ 10,000 ਤੋਂ ਵੀ ਜ਼ਿਆਦਾ ਕੀਮਤ ਸੀ, ਉਹ ਕਿਉਂ ਮੋੜ ਦਿੱਤਾ? ਉਹਨੂੰ ਰੱਖ ਲੈਂਦਾ। ਤਾਂ ਉਸ ਵੇਲੇ ਉਹਨਾਂ ਕਿਹਾ ਬਾਦਸ਼ਾਹ ਦਰਅਸਲ ਜਦੋਂ ਤੂੰ ਮੇਰੇ ਅੱਗੇ ਸਿਰ ਝੁਕਾਇਆ ਨਾ ਤਾਂ ਇੱਕ ਚੀਜ਼ ਮੈਨੂੰ ਸਮਝ ਆ ਗਈ, ਇੱਕ ਚੀਜ਼ ਮੈਨੂੰ ਸਮਝ ਆ ਗਈ ਕਿ ਅੱਜ ਮੈਂ ਝੂਠ ਮੂਠ ਦਾ ਫਕੀਰ ਬਣਿਆ ਹਾਂ ਤੇ ਇੱਕ ਬਾਦਸ਼ਾਹ ਮੇਰੇ ਅੱਗੇ ਝੁਕ ਗਿਆ, ਤਾਂ ਜਦੋਂ ਸੱਚਮੁੱਚ ਦਾ ਮੈਂ ਆਪਣੇ ਰੱਬ ਦਾ ਫਕੀਰ ਬਣ ਜਾਊਂਗਾ ਤਾਂ ਪੂਰੀ ਦੁਨੀਆ ਮੇਰੇ ਅੱਗੇ ਝੁਕੇਗੀ। ਇਸ ਲਈ ਹੁਣ ਮੈਨੂੰ 10,000 ਸੋਨੇ ਦੀ ਮੋਹਰ ਨਹੀਂ ਚਾਹੀਦੀ, ਨਾ ਹੀ ਤੇਰਾ ਹੀਰਿਆਂ ਦਾ ਹਾਰ ਚਾਹੀਦਾ। ਇਹ ਵੀ ਮੈਂ ਤੈਨੂੰ ਤਾਂ ਦੱਸ ਦਿੱਤਾ ਤਾਂ ਕਿ ਬਾਦਸ਼ਾਹ ਨੂੰ ਅਸਲੀਅਤ ਦਾ ਪਤਾ ਲੱਗ ਜਾਵੇ ਕਿ ਮੈਂ ਉਹੀ ਹਾਂ ਬਹਿਰੂਪੀਆਂ। ਪਰ ਅੱਜ ਬਾਦਸ਼ਾਹ ਆ ਤੇਰੇ ਸਿਰ ਝੁਕਾਉਣ ਨਾਲ ਜੋ ਮੈਂ ਨਾਟਕ ਕੀਤਾ ਸੀ, ਅੱਜ ਮੇਰੇ ਅੰਦਰ ਸੱਚੀ ਖੁਦਾ ਦੀ ਮੁਹੱਬਤ ਪੈਦਾ ਹੋ ਗਈ ਕਿ ਜੇ ਮੇਰੇ ਝੂਠ ਦੇ ਅੱਗੇ ਬਾਦਸ਼ਾਹ ਝੁਕ ਸਕਦਾ ਹੈ ਤਾਂ ਜੇ ਮੈਂ ਸੱਚੇ ਦੇ ਰਸਤੇ ਤੁਰ ਪਵਾਂ, ਸੱਚਾ ਫਕੀਰ ਬਣ ਜਾਵਾਂ, ਤਾਂ ਫਿਰ ਤਾਂ ਪੂਰੀ ਦੁਨੀਆ ਮੇਰੇ ਅੱਗੇ ਝੁਕੇਗੀ। ਇਸ ਲਈ ਹੁਣ ਮੈਨੂੰ 10,000 ਸੋਨੇ ਦੀ ਮੋਹਰ ਨਹੀਂ ਚਾਹੀਦੀ, ਨਾ ਹੀ ਮੈਨੂੰ ਕੁਝ ਚਾਹੀਦਾ ਹੈ। ਹੁਣ ਮੈਂ ਜਾ ਰਿਹਾ ਆਪਣੀ ਰੱਬ ਦੀ ਬੰਦਗੀ ਕਰਨ, ਸਿਰਫ ਮੈਂ ਦੱਸਣ ਵਾਸਤੇ ਆਪਣਾ ਭੇਸ਼ ਬਦਲਿਆ, ਯਾਨੀ ਸੱਚਾਈ ਸਾਹਮਣੇ ਲਿਆਂਦੀ ਹੈ ਇੱਕ। ਤਾਂ ਉਸ ਲਈ ਔਰੰਗਜ਼ੇਬ ਨੇ ਵਾਕਈ ਉਹਦੇ ਅੱਗੇ ਹੱਥ ਜੋੜਤੇ, ਹੱਥ ਜੋੜਤੇ। ਹੁਣ ਹੱਥ ਕਦੋਂ ਜੁੜਦੇ ਆ ਬਾਦਸ਼ਾਹਾਂ ਦੇ? ਜਦੋਂ ਇਨਸਾਨ ਦੇ ਅੰਦਰ ਉਹਦਾ ਇਸ਼ਕ ਪੈਦਾ ਹੋ ਜਾਵੇ, ਉਹਦੀ ਮੁਹੱਬਤ ਪੈਦਾ ਹੋ ਜਾਵੇ। ਨਹੀਂ ਤਾਂ ਜ਼ਰਾ ਸੋਚ ਕੇ ਦੇਖੋ ਕਿ ਬੰਦਾ ਹੀ ਬਾਦਸ਼ਾਹਾਂ ਅੱਗੇ ਹੱਥ ਜੋੜਦਾ ਹੈ, ਪਰ ਬਾਦਸ਼ਾਹਾਂ ਦੇ ਹੱਥ ਕਿਹਦੇ ਅੱਗੇ ਜੁੜਦੇ ਆ? ਫਕੀਰਾਂ, ਗੁਰੂਆਂ, ਰਹਿਬਰਾਂ ਦੇ ਅੱਗੇ। ਹੁਣ ਬਹਿਰੂਪੀਆ ਨਾਟਕ ਕਰਦਾ ਕਰਦਾ ਅਸਲੀਅਤ ਨੂੰ ਜਾਣ ਗਿਆ ਕਿ ਖੁਦਾ ਦੇ ਇਸ਼ਕ ਦਾ, ਖੁਦਾ ਦੀ ਮੁਹੱਬਤ ਦਾ ਜੀਵਨ ਤੇ ਅਸਰ ਕੀ ਹੁੰਦਾ ਹੈ। ਜੇ ਝੂਠ ਬੋਲ ਕੇ ਇੱਥੇ ਤੱਕ ਪਹੁੰਚ ਗਿਆ ਤਾਂ ਹੁਣ ਜੇ ਸੱਚੀ ਉਹਦਾ ਹੋ ਜਾਵਾਂ ਤਾਂ ਫਿਰ ਮੈਂ ਕਿੱਥੇ ਪਹੁੰਚ ਜਾਊਂਗਾ। ਤਾਂ ਹੀ ਕਿਹਾ ਜੇ ਬੰਦਾ ਉਦਾਂ ਵੀ ਬੋਲੇ ਨਾ ਮੈਂ ਆਪਣੇ ਮਾਲਕ ਨੂੰ ਬੜਾ ਪਿਆਰ ਕਰਦਾ, ਬੜਾ ਪਿਆਰ ਕਰਦਾ, ਤਾਂ ਕਈ ਵਾਰ ਕਹਿੰਦੇ ਕਹਿੰਦੇ ਉਹ ਸੱਚਮੁੱਚ ਹੀ ਪ੍ਰੇਮ ਦੀ ਜੋਤ ਜਗ ਜਾਂਦੀ ਹੈ। ਕਹਿਣਾ ਸ਼ੁਰੂ ਕਰੋ, ਬੋਲਣਾ ਸ਼ੁਰੂ ਕਰੋ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਦੇ ਨਾਲ ਬਹੁਤ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਨਾਲ ਬਹੁਤ। ਕਿਉਂਕਿ ਜਦੋਂ ਇਹ ਗੱਲ ਕਹਿੰਦੇ ਆ ਤਾਂ ਕਹਿਣ ਦੇ ਨਾਲ ਇਹਦਾ ਪ੍ਰਭਾਵ ਸਾਡੇ ਮਨ ਤੇ, ਸਾਡੇ ਦਿਲ ਤੇ, ਸਾਡੀ ਆਤਮਾ ਤੇ, ਸਾਡੇ ਸਰੀਰ ਤੇ ਵੀ ਪੈਣਾ ਸ਼ੁਰੂ ਹੋ ਜਾਂਦਾ ਹੈ। ਇਹ ਇਨਸਾਨ ਦੇ ਸ਼ਬਦ ਹੀ ਤਾਂ ਹੈ, ਜਿੱਦਾਂ ਦੇ ਬੋਲਣੇ ਆ ਉਦਾਂ ਦਾ ਅਸਰ ਸਾਡੇ ਜੀਵਨ ਤੇ ਹੋਣਾ ਸ਼ੁਰੂ ਹੋ ਜਾਣਾ ਕਿ ਨਹੀਂ? ਜੇ ਤਾਂ ਕਦੀ ਅਜਮਾ ਕੇ ਦੇਖ ਲਿਓ, ਤੁਸੀਂ 10 ਮਿੰਟ ਬਹਿ ਕੇ ਕਹੋ ਨਾ ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਤਾਂ ਸ਼ਾਮ ਤੱਕ ਤੁਸੀਂ ਵਾਕਈ ਬਿਮਾਰ ਹੋ ਜਾਣਾ ਹੈ। ਤਾਂ ਜੇ ਤੁਸੀਂ ਬਿਮਾਰ ਹੋ ਕਹਿਣਾ ਸ਼ੁਰੂ ਕਰੋ ਕਿ ਮੈਂ ਮਾਲਕ ਦੀ ਰਹਿਮਤ ਨਾਲ ਮੈਂ ਠੀਕ ਹਾਂ, ਮੈਂ ਠੀਕ ਹਾਂ, ਮੈਂ ਠੀਕ ਹਾਂ, ਤਾਂ ਮਾਲਕ ਦੀ ਰਹਿਮਤ ਨਾਲ ਬੰਦਾ
ਠੀਕ ਹੁੰਦਾ ਚਲਾ ਜਾਂਦਾ ਹੈ। ਬੋਲੋ ਸਮਝਦੇ ਹੋ ਕਿ ਇਹ ਉਹਦੀ ਰਹਿਮਤਾਂ ਦਾ ਅਸਰ ਹੈ, ਇਹ ਉਹਦੀਆਂ ਬਖਸ਼ਿਸ਼ਾਂ ਦਾ ਅਸਰ ਹੈ, ਇਹ ਉਹਦੀ ਕਿਰਪਾ ਦਾ ਅਸਰ ਹੈ। ਐਸਾ ਕਿਹੜਾ ਕੰਮ ਹੈ ਕਿ ਇਨਸਾਨ ਆਪਣੇ ਮਾਲਿਕ ਨਾਲ ਪ੍ਰੇਮ ਕਰੇ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੇ ਤਾਂ ਉਹ ਨਾ ਹੋ ਸਕੇ। ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਗੱਲ ਤਾਂ ਯਕੀਨ ਦੀ ਹੈ, ਗੱਲ ਤਾਂ ਭਰੋਸੇ ਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਸੋ ਤੁਹਾਡੇ ਅੰਦਰ ਭਰੋਸਾ ਹੈ ਜਾਂ ਨਹੀਂ ਹੈ ਨਾ ਪੂਰਾ? ਤਾਂ ਫਿਰ ਸਾਰੀਆਂ ਚਿੰਤਾਵਾਂ, ਸਾਰੀਆਂ ਟੈਨਸ਼ਨਾਂ ਛੱਡ ਕੇ ਆਪਣੇ ਮਾਲਿਕ ਦਾ ਹਰ ਹਾਲ ਵਿੱਚ ਸ਼ੁਕਰ ਕਰੋ। ਕਦੀ ਸ਼ਿਕਾਇਤ ਨਾ ਕਰੋ, ਕਦੀ ਸ਼ਿਕਵਾ ਨਾ ਕਰੋ। ਇੱਕ ਫਕੀਰ ਸੀ ਜਿਹਦਾ ਨਾਮ ਸੀ ਅਬਦੁੱਲਾ। ਕਹਿੰਦੇ ਅਬਦੁੱਲਾ ਬੜੀ ਕਰਨੀ ਵਾਲੇ ਫਕੀਰ ਸੀ। ਜਦੋਂ ਵੀ ਬਹਿੰਦੇ ਸੀ ਨਾ, ਸਿੱਧੀ ਪਰਮਾਤਮਾ ਨਾਲ ਗੱਲ ਹੁੰਦੀ ਸੀ, ਪਰਮਾਤਮਾ ਦਾ ਪ੍ਰਕਾਸ਼ ਸਾਹਮਣੇ ਆ ਜਾਂਦਾ ਸੀ। ਪਰ ਇੱਕ ਦਿਨ ਅਚਾਨਕ ਬਾਰਿਸ਼ ਹੋਣ ਲੱਗੀ ਤਾਂ ਅਬਦੁੱਲਾ ਦੇ ਮੂੰਹ ਚੋਂ ਕੀ ਨਿਕਲ ਗਿਆ? ਉਹ ਆਹ ਕਿਹੜੇ ਮੌਸਮ ਦੀ ਬਾਰਿਸ਼ ਹੈ? ਅਰਬਾ, ਆਹ ਕਿਹੜੇ ਮੌਸਮ ਦੀ ਬਾਰਿਸ਼ ਹੈ? ਜਿਹੜਾ ਬੰਦਾ ਕਈ ਵਾਰ ਕਹਿ ਦਿੰਦਾ ਨਾ, ਕੋਈ ਆਹ ਕਿਹੜੇ ਮੌਸਮ ਦੀ ਹਨੇਰੀ ਆਵੇ, ਆਹ ਕਿਹੜੇ ਮੌਸਮ ਦੀ ਬਾਰਿਸ਼ ਹੈ? ਕਹਿੰਦੇ ਇੰਨੀ ਗੱਲ ਹੀ ਕਹੀ, ਉਹ ਰੱਬਾ ਆਹ ਕਿਹੜੇ ਮੌਸਮ ਦੀ ਬਾਰਿਸ਼ ਹੈ? ਹੁਣ ਰਾਤ ਨੂੰ ਜਦੋਂ ਧਿਆਨ ਤੇ ਬੈਠੇ ਤਾਂ ਅੱਜ ਉਹ ਆਵਾਜ਼ ਨਹੀਂ ਆਈ, ਉਹ ਪ੍ਰਕਾਸ਼ ਨਹੀਂ ਆਇਆ, ਉਹਦੀ ਝਲਕ ਨਹੀਂ ਮਿਲੀ। ਤਾਂ ਅਬਦੁੱਲਾ ਨੇ ਹੱਥ ਜੋੜੇ, ਐ ਖੁਦਾ ਅੱਜ ਝਲਕ ਕਿਉਂ ਨਹੀਂ ਦੇ ਰਿਹਾ, ਅੱਜ ਦਰਸ਼ਨ ਕਿਉਂ ਨਹੀਂ ਦੇ ਰਿਹਾ? ਤਾਂ ਖੁਦਾ ਨੇ ਕਿਹਾ ਅਬਦੁੱਲਾ ਦਰਸ਼ਨ ਬਾਅਦ ਚੋਂ ਹੋਣਗੇ, ਪਹਿਲਾਂ ਇਹ ਦੱਸ ਕਿ ਬਾਰਿਸ਼ ਦਾ ਸਹੀ ਮੌਸਮ ਕਿਹੜਾ ਹੁੰਦਾ ਹੈ? ਤੂੰ ਦੱਸ ਪਹਿਲਾਂ ਮੈਨੂੰ ਕਿ ਬਾਰਿਸ਼ ਦਾ ਸਹੀ ਮੌਸਮ ਕਿਹੜਾ ਹੈ, ਫਿਰ ਮੈਂ ਤੈਨੂੰ ਝਲਕ ਦਿਖਾਣੀ ਹੈ। ਅਬਦੁੱਲਾ ਤਾਂ ਫਸ ਗਿਆ। ਹੁਣ ਕੀ ਕਵੇ ਬਾਰਿਸ਼ ਦਾ ਕਿਹੜਾ ਸਹੀ ਮੌਸਮ ਹੁੰਦਾ ਹੈ? ਜਰਾ ਹੁਣ ਤੁਸੀਂ ਜਵਾਬ ਦੇ ਦਿਓ, ਕਿਹੜਾ ਸਹੀ ਮੌਸਮ ਹੁੰਦਾ? ਬੰਦਾ ਕਹੇ ਇੰਨੇ ਵੱਜ ਕੇ ਇੰਨੇ ਮਿੰਟ ਦਾ ਸਹੀ ਮੌਸਮ ਹੁੰਦਾ, ਮਹੂਰਤ ਹੁੰਦਾ, ਇੱਥੇ ਹੋਣੀ ਚਾਹੀਦੀ ਬਾਰਿਸ਼। ਇਦਾਂ ਹੈ ਕੋਈ? ਹੁਣ ਰੱਬ ਕਹਿੰਦਾ ਅਬਦੁੱਲਾ ਦਰਸ਼ਨ ਤੈਨੂੰ ਦੇਣੇ ਹੈ, ਪਰ ਪਹਿਲਾਂ ਹੁਣ ਮੈਨੂੰ ਇਹ ਦੱਸ ਦੇ, ਤੂੰ ਕਹਿੰਦਾ ਨਾ ਰੱਬਾ ਆਹ ਕਿਹੜੀ ਬਾਰਿਸ਼ ਦਾ ਮੌਸਮ ਹੈ, ਆਹ ਕਿਹੜੀ ਮੌਸਮ ਦੀ ਬਾਰਿਸ਼ ਹੈ, ਆਹ ਕਿਹੜੇ ਸਮੇਂ ਦੀ ਬਾਰਿਸ਼ ਹੈ? ਹੁਣ ਤੂੰ ਪਹਿਲਾਂ ਸਹੀ ਸਮਾਂ ਦੱਸ, ਸਹੀ ਮੌਸਮ ਦੱਸ ਕਿ ਬਾਰਿਸ਼ ਕਦੋਂ ਹੋਣੀ ਚਾਹੀਦੀ ਹੈ, ਫਿਰ ਦਰਸ਼ਨ ਦੇਣੇ ਆ ਤੈਨੂੰ। ਕਿਉਂਕਿ ਤੂੰ ਮੇਰੀ ਉਹ ਰਹਿਮਤ ਜੋ ਵਰਸਦੀ ਹੈ ਨਾ, ਉਹਤੇ ਤੂੰ ਸ਼ਿਕਾਇਤ ਕੀਤੀ ਕਿ ਆਹ ਕੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਇਸ ਤਰ੍ਹਾਂ ਜ਼ਰਾ ਸਮਝ ਲੈਣਾ ਸਾਰਿਆਂ ਨੇ। ਕਹਿੰਦੇ ਅਬਦੁੱਲਾ ਤਾਂ ਜਦੋਂ ਵੀ ਬੈਠੇ ਇਹੀ ਆਵਾਜ਼ ਆਣੀ, ਫਿਰ ਬੜਾ ਪਰੇਸ਼ਾਨ ਹੋ ਗਿਆ। ਜਦੋਂ ਬੇਨਤੀਆਂ ਕੀਤੀਆਂ ਤਾਂ ਰੱਬ ਨੇ ਕਿਹਾ ਪਹਿਲਾਂ ਸਹੀ ਮੌਸਮ ਦੱਸ, ਸਹੀ ਸਮਾਂ ਦੱਸ, ਫਿਰ ਹੀ ਹੁਣ ਦਰਸ਼ਨ ਹੋਣੇ ਹੈ। ਤਾਂ ਫਿਰ ਅਬਦੁੱਲਾ ਨੂੰ ਜਾਣਾ ਪਿਆ ਹਜ਼ੂਰ ਗੌਸ ਦੇ ਕੋਲ। ਜਾ ਕੇ ਬੇਨਤੀ ਕੀਤੀ ਕਿ ਹਜ਼ੂਰ ਮੇਰੇ ਤੋਂ ਇੱਕ ਛੋਟੀ ਜਿਹੀ ਭੁੱਲ ਹੋ ਗਈ, ਹੁਣ ਮੈਨੂੰ ਤਾਂ ਰੱਬ ਬਖਸ਼ਦਾ ਨਹੀਂ, ਤੁਸੀਂ ਬੇਨਤੀ ਕਰੋ ਤਾਂ ਬਖਸ਼ਿਸ਼ ਹੋ ਜਾਵੇ। ਸਮਝਦੇ ਹੋ ਕਿ ਨਹੀਂ? ਤਾਂ ਕਹਿੰਦੇ ਫਿਰ ਹਜ਼ੂਰ ਨੇ ਬਖਸ਼ੀ ਦੁਆ ਕੀਤੀ, ਮੁੱਲਾ ਅਬਦੁੱਲਾ ਨੇ ਗਲਤੀ ਮੰਨੀ ਤਾਂ ਦੁਬਾਰਾ ਫਿਰ ਉਹ ਨੂਰ ਉਹਦੇ ਜੀਵਨ ਚ ਆ ਗਿਆ, ਉਹ ਰਹਿਮਤ ਉਹਦੇ ਜੀਵਨ ਚ ਆ ਗਈ। ਸੋ ਜ਼ਰਾ ਸੋਚੋ, ਅਬਦੁੱਲਾ ਨੇ ਕੋਈ ਗੱਲ ਕਹੀ ਸੀ, ਆਹ ਕਿਹੜੇ ਮੌਸਮ ਦੀ ਬਾਰਿਸ਼ ਹੈ? ਤਾਂ ਰੱਬ ਕਹਿੰਦਾ ਆਸ਼ਿਕ ਕਦੀ ਸ਼ਿਕਵੇ ਸ਼ਿਕਾਇਤਾਂ ਨਹੀਂ ਕਰਦੇ, ਹਰ ਹਾਲਤ ਵਿੱਚ ਉਹਦਾ ਸ਼ੁਕਰ ਕਰਦੇ ਹੈ। ਕਿਉਂਕਿ ਜੋ ਚਾਹੇ ਬਰਸਾਤ ਹੈ, ਧੁੱਪ ਹੈ, ਸਰਦੀ ਹੈ, ਗਰਮੀ ਹੈ, ਸਮਝ ਲਓ ਇਸ ਵੇਲੇ ਸੰਸਾਰ ਨੂੰ ਉਹਦੀ ਜ਼ਰੂਰਤ ਹੈ, ਤਾਂ ਹੀ ਉਹ ਕਰਦਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਉਹਨੂੰ ਪੂਰੇ ਸੰਸਾਰ ਦੀ ਹਰ ਜੀਵ ਦੀ ਫਿਕਰ ਹੈ, ਚਿੰਤਾ ਹੈ। ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਨਾ, ਉੱਥੇ ਉਹ ਚੀਜ਼ ਹੋਣੀ ਹੈ। ਇਸ ਲਈ ਇੱਥੇ ਤੁਹਾਨੂੰ ਵੀ ਕਹਾਂਗੇ ਸ਼ਿਕਵੇ ਨਾ ਕਰੋ, ਸ਼ਿਕਾਇਤਾਂ ਨਾ ਕਰੋ, ਬਲਕਿ ਹਰ ਹਾਲਤ ਵਿੱਚ ਆਪਣੇ ਮਾਲਿਕ ਦਾ ਸ਼ੁਕਰ ਕਰੀਏ ਕਿ ਜੋ ਹੋ ਰਿਹਾ ਹੈ ਅੱਛਾ ਹੋ ਰਿਹਾ ਹੈ, ਜੋ ਹੋ ਰਿਹਾ ਚ ਮੇਰਾ ਭਲਾ ਹੈ। ਤਾਂ ਫਿਰ ਤੁਸੀਂ ਦੇਖੋ, ਜਦੋਂ ਹਰ ਹਾਲਤ ਵਿੱਚ ਉਹਦਾ ਸ਼ੁਕਰਾਨਾ ਕਰੋਗੇ, ਉਹਦਾ ਧੰਨਵਾਦ ਕਰੋਗੇ ਕਿ ਜੋ ਹੋ ਰਿਹਾ ਮੇਰੇ ਵਾਸਤੇ ਅੱਛਾ ਹੋ ਰਿਹਾ, ਤਾਂ ਤੁਸੀਂ ਵਾਕਿਆ ਹੀ ਇਹ ਦੇਖ ਵੀ ਲਓਗੇ ਕਿ ਜੇ ਮੈਂ ਉਹਦਾ ਸ਼ੁਕਰਾਨਾ ਕੀਤਾ ਸੀ ਨਾ, ਵਾਕਈ ਉਹਦੇ ਵਿੱਚ ਵੀ ਮੇਰਾ ਫਾਇਦਾ ਹੀ ਸੀ। ਔਰ ਦੂਜੀ ਗੱਲ, ਸਤਸੰਗ ਦੀ ਸਮਾਪਤੀ ਤੋਂ ਪਹਿਲਾਂ ਫਿਰ ਇੱਕ ਵਾਰ ਕਵਾਂਗੇ ਕਿ ਜਿਹੜਾ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦਾ, ਯਕੀਨ ਰੱਖਦਾ ਹੈ ਨਾ, ਫਿਰ ਉਹਦੇ ਜੀਵਨ ਦੇ ਦੁੱਖ ਖਤਮ ਹੁੰਦੇ ਚਲੇ ਜਾਂਦੇ, ਤਾਂ ਉਹਦੇ ਜੀਵਨ 'ਚ ਖੁਸ਼ੀਆਂ ਆਉਂਦੀਆਂ ਚਲੀਆਂ ਜਾਂਦੀਆਂ ਹੈ। ਹੁਣ ਇੱਥੇ ਇੱਕ ਗੱਲ ਸਮਝ ਲੈਣੀ ਸਾਰਿਆਂ ਨੇ। ਕਹਿੰਦੇ ਇੱਕ ਵਾਰ ਹਜ਼ੂਰ ਮੁਹੰਮਦ ਆਪਣੇ ਸਹਾਬੀਆਂ ਨਾਲ ਬੈਠੇ ਹੋਏ ਸੀ ਤੇ ਇੱਕ ਬੱਦੂ ਆ ਗਿਆ। ਬੱਦੂ ਕਿਹਾ ਜਾਂਦਾ ਕਿ ਜਿਹਨੂੰ ਕੋਈ ਸਮਝ ਹੀ ਨਹੀਂ ਹੁੰਦੀ, ਅਕਲ ਹੀ ਨਹੀਂ ਹੁੰਦੀ, ਉਹ ਕਹਿੰਦੇ ਆ ਗਿਆ। ਉਹਨੇ ਆ ਕੇ ਹਜ਼ੂਰ ਨੂੰ ਪੁੱਛਿਆ ਕਿ ਹਜ਼ੂਰ ਮੈਂ ਬੜੇ ਗੁਨਾਹ ਕਰਦਾ ਹਾਂ, ਮੈਂ ਬੜੇ ਗੁਨਾਹ ਕਰਦਾ, ਬਸ ਇੱਕ ਚੀਜ਼ ਦਾ ਜਵਾਬ ਦੇ ਦਿਓ ਕਿ ਕਿਆਮਤ ਵੇਲੇ ਹਿਸਾਬ ਕਿਹਨਾਂ ਲੈਣਾ ਹੈ। ਤਾਂ ਹਜ਼ੂਰ ਨੇ ਕਿਹਾ ਕਿ ਖੁਦਾ ਨੇ। ਕਹਿੰਦਾ ਫਿਰ ਠੀਕ ਹੈ। ਕਹਿ ਕੇ ਤੁਰ ਪਿਆ ਉਹ। ਕਹਿੰਦਾ ਫਿਰ ਠੀਕ ਹੈ। ਕਹਿ ਕੇ ਤੁਰ ਪਿਆ। ਹਜ਼ੂਰ ਨੇ ਆਵਾਜ਼ ਮਾਰੀ, ਕਮਾਲ ਦੀ ਗੱਲ ਹੈ, ਤੂੰ ਪੁੱਛਿਆ ਕਿ ਨਾ ਹਿਸਾਬ ਲੈਣਾ ਹੈ, ਐਸੀ ਹੈ ਖੁਦਾ ਨੇ, ਤੂੰ ਅੱਗੇ ਕੋਈ ਗੱਲਬਾਤ ਨਹੀਂ ਕੀਤੀ। ਕਹਿੰਦਾ ਫਿਰ ਠੀਕ ਹੈ। ਠੀਕ ਹੈ ਕਿ ਤੁਰ ਪਿਆ, ਮਤਲਬ ਕੀ ਹੈ? ਤਾਂ ਬੱਦੂ ਨੇ ਕਿਹਾ ਮਹਾਰਾਜ ਇਹ ਮਤਲਬ ਹੈ ਕਿ ਮੈਂ ਤੁਹਾਡੇ ਮੂੰਹ ਚੋਂ ਕਈ ਵਾਰ ਸੁਣਿਆ ਉਹ ਬੜਾ ਰਹਿਮਾਨ ਹੈ, ਔਰ ਜਦੋਂ ਰਹਿਮਾਨ ਗਾ ਵੀ ਲਾਂਦਾ ਤਾਂ ਸਭ ਤੇ ਰਹਿਮਤ ਹੀ ਕਰਦਾ ਫਿਰ, ਕਿਉਂਕਿ ਜਦੋਂ ਉਹ ਹਿਸਾਬ ਲੈਂਦਾ ਤਾਂ ਫਿਰ ਉਹਨੇ ਰਹਿਮਤ ਹੀ ਕਰਨੀ ਹੈ, ਫਿਰ ਜ਼ੁਲਮ ਤਾਂ ਕਰ ਹੀ ਨਹੀਂ ਸਕਦਾ ਕਿਸੇ ਤੇ ਉਹ।
ਇਸ ਕਰਕੇ ਮੈਨੂੰ ਤਸੱਲੀ ਹੋ ਗਈ ਕਿ ਹੁਣ ਮੈਂ ਬਖਸ਼ਿਆ ਜਾਣਾ ਹੈ। ਕਹਿੰਦੇ ਉਹਦੀ ਜਦੋਂ ਮੌਤ ਹੋਈ ਤਾਂ ਹੁਣ ਕਹਾਣੀ ਨੂੰ ਅੱਗੇ ਸਮਝੋ। ਉਹਦੀ ਜਦੋਂ ਮੌਤ ਹੋਈ ਤਾਂ ਕਹਿੰਦੇ ਖੁਦਾ ਦੇ ਅੱਗੇ ਜਦੋਂ ਹਿਸਾਬ ਕਿਤਾਬ ਹੋਣ ਲੱਗਾ ਨਾ, ਬੜੇ ਗੁਨਾਹ ਕੀਤੇ ਸੀ, ਹੁਕਮ ਹੋਇਆ ਇਹਨੂੰ ਨਰਕ 'ਚ ਲੈ ਜਾਓ। ਹੁਣ ਫਰਿਸ਼ਤੇ ਉਹਨੂੰ ਨਰਕ 'ਚ ਲੈ ਕੇ ਜਾ ਰਹੇ ਹੈ। ਉਹ ਬਾਰ-ਬਾਰ ਪਿੱਛੇ ਨੂੰ ਮੁੜ ਕੇ ਰੱਬ ਵੱਲ ਦੇਖ ਰਿਹਾ ਹੈ। ਫਰਿਸ਼ਤੇ ਖਿੱਚ ਕੇ ਨਰਕ ਵੱਲ ਲੈ ਕੇ ਜਾ ਰਹੇ ਹੋ, ਫਿਰ ਰੱਬ ਨੂੰ ਦੇਖ ਰਿਹਾ ਹੈ। ਨਰਕ 'ਚ ਲੈ ਕੇ ਜਾ ਰਹੇ ਹੋ, ਬਾਰ-ਬਾਰ ਪਿੱਛੇ ਮੁੜ ਕੇ ਦੇਖ ਰਿਹਾ ਹੈ। ਹੁਣ ਜਦੋਂ ਨਰਕ ਦੇ ਦਰਵਾਜ਼ੇ ਤੇ ਪਹੁੰਚੋ, ਫਿਰ ਪਿੱਛੇ ਦੇਖ ਰਿਹਾ ਤਾਂ ਖੁਦਾ ਨੇ ਕਿਹਾ ਰੁਕੋ, ਇਹਨੂੰ ਇੱਧਰ ਲਿਆਓ। ਹੁਣ ਜਦੋਂ ਆਵਾਜ਼ ਮਾਰੀ ਇੱਧਰ ਲਿਆਓ ਤਾਂ ਉਹਦੇ ਚਿਹਰੇ ਤੇ ਮੁਸਕਰਾਹਟ ਆ ਗਈ, ਖੁਸ਼ੀ ਆ ਗਈ, ਔਰ ਆ ਕੇ ਖੁਦਾ ਦੇ ਸਾਹਮਣੇ ਖੜ ਗਿਆ। ਖੁਦਾ ਨੇ ਕਿਹਾ ਮੁੜ ਕੇ ਕੀ ਦੇਖਦਾ ਸੀ? ਉਹ ਕਹਿੰਦਾ ਐ ਖੁਦਾ, ਮੈਂ ਹੀ ਦੇਖਦਾ ਸੀ ਕਿ ਮੇਰਾ ਖੁਦਾ ਤਾਂ ਬੜਾ ਰਹਿਮਾਨ ਹੈ, ਉਹਦੀ ਰਹਿਮਤ ਜੋਸ਼ ਵਿੱਚ ਆਈ ਕਿ ਨਹੀਂ? ਉਹ ਮੈਨੂੰ ਬਚਾਏਗਾ ਕਿ ਨਹੀਂ? ਕਹਿੰਦਾ ਹੁਣ ਤੁਸੀਂ ਜਦੋਂ ਮੋੜਿਆ ਤਾਂ ਮੇਰੇ ਚਿਹਰੇ ਤੇ ਖੁਸ਼ੀ ਆ ਗਈ ਕਿ ਮੇਰੇ ਪਾਪ ਹਾਰ ਗਏ, ਤਾਂ ਮੇਰੇ ਯਕੀਨ ਦੀ ਜਿੱਤ ਹੋ ਗਈ। ਜੇ ਹੁਣ ਬੁਲਾਇਆ ਤਾਂ ਹੁਣ ਬਖਸ਼ਿਆ ਵੀ ਜਾਣਾ। ਥੋੜਾ ਸਮਝਣਾ ਸਾਰਿਆਂ ਨੇ, ਇਹ ਮੇਰੇ ਯਕੀਨ ਦੀ ਜਿੱਤ ਹੈ, ਇਹ ਮੇਰੇ ਵਿਸ਼ਵਾਸ ਦੀ ਜਿੱਤ ਹੈ ਕਿ ਮੈਨੂੰ ਵਿਸ਼ਵਾਸ ਸੀ ਕਿ ਮੇਰਾ ਖੁਦਾ ਬਖਸ਼ਣਹਾਰ ਹੈ, ਮੈਨੂੰ ਜ਼ਰੂਰ ਬਖਸ਼ੇਗਾ। ਇੱਥੇ ਤੁਹਾਡੇ ਅੰਦਰ ਵੀ ਇਹ ਵਿਸ਼ਵਾਸ ਹੋਣਾ ਚਾਹੀਦਾ, ਬੰਦਾ ਨਾ ਉਮੀਦ ਨਾ ਹੋਵੇ। ਜੇ ਸਾਹਮਣੇ ਤਕਲੀਫ ਵੀ ਆਵੇ, ਦੁੱਖ ਵੀ ਆਵੇ, ਦੁੱਖ ਨੂੰ ਦੇਖ ਕੇ ਘਬਰਾਈਏ ਨਾ, ਬਲਕਿ ਆਪਣਾ ਧਿਆਨ ਉਹਦੀਆਂ ਰਹਿਮਤਾਂ ਦੀ ਤਰਫ ਰੱਖੀਏ ਕਿ ਉਹ ਬੜਾ ਰਹਿਮਾਨ ਹੈ, ਉਹ ਬੜਾ ਕਰੀਮ ਹੈ, ਉਹ ਸਭ ਦੀਆਂ ਝੋਲੀਆਂ ਭਰਨ ਵਾਲਾ ਹੈ, ਉਹ ਸਾਰੇ ਜਗਤ ਨੂੰ ਸੰਭਾਲਣ ਵਾਲਾ ਹੈ। ਤਾਂ ਮੈਨੂੰ ਸੰਭਾਲਣਾ ਕੋਈ ਉਹਦੇ ਵਾਸਤੇ ਬੜੀ ਗੱਲ ਨਹੀਂ ਹੈ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਆਪਣੇ ਅੰਦਰ ਇਹ ਵਿਸ਼ਵਾਸ ਰੱਖਣਾ ਹੈ, ਆਪਣੇ ਅੰਦਰ ਇਹ ਯਕੀਨ ਰੱਖਣਾ ਹੈ। ਸੋ ਇਦਾਂ ਦਾ ਵਿਸ਼ਵਾਸ ਜਦੋਂ ਤੁਹਾਡਾ ਹੋਏਗਾ ਨਾ, ਤਾਂ ਫਿਰ ਜੇ ਬੰਦੇ ਦੇ ਸਾਹਮਣੇ ਦੁੱਖ ਹੋਣਗੇ ਵੀ ਨਾ, ਤਾਂ ਆਪਣੇ ਉਹ ਰੱਬ ਤੇ ਯਕੀਨ ਰੱਖਣ ਵਾਲਾ ਕਦੀ ਉਹ ਦੁੱਖਾਂ ਤੱਕ ਨਹੀਂ ਪਹੁੰਚਦਾ। ਰੱਬ ਉਹ ਸਾਰੇ ਦੁੱਖਾਂ ਤੋਂ ਉਹਨੂੰ ਬਚਾ ਕੇ ਆਪਣੀਆਂ ਰਹਿਮਤਾਂ ਦੇ ਨਾਲ ਉਹਨੂੰ ਉਹ ਖੁਸ਼ੀਆਂ ਦੇ ਮੁਕਾਮ ਤੱਕ ਲੈ ਜਾਂਦਾ ਹੈ, ਮੰਜ਼ਿਲ ਤੱਕ ਲੈ ਜਾਂਦਾ ਹੈ ਕਿ ਜਿੱਥੇ ਉਹਦੀਆਂ ਸਾਰੀਆਂ ਜੋ ਭਾਵਨਾਵਾਂ ਹੁੰਦੀਆਂ ਪ੍ਰਮਾਤਮਾ ਪੂਰੀਆਂ ਵੀ ਕਰ ਦਿੰਦਾ ਹੈ। ਇਹ ਵਿਸ਼ਵਾਸ ਦੀ ਸ਼ਕਤੀ ਹੈ। ਇਸ ਕਰਕੇ ਆਪਣੇ ਅੰਦਰ ਵਿਸ਼ਵਾਸ ਰੱਖੋ, ਆਪਣੇ ਅੰਦਰ ਯਕੀਨ ਰੱਖੋ, ਦੁੱਖਾਂ ਤੋਂ ਨਾ ਡਰੋ, ਦੁੱਖਾਂ ਤੋਂ ਨਾ ਘਬਰਾਓ, ਚਿੰਤਾ ਨਾ ਕਰੋ ਕਿਸੇ ਚੀਜ਼ ਦੀ, ਬਲਕਿ ਆਪਣੇ ਮਾਲਿਕ ਤੇ ਪੂਰਾ ਯਕੀਨ ਰੱਖੋ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਮੇਰੇ ਜੀਵਨ 'ਚ ਸਭ ਕੁਝ ਠੀਕ ਹੋਏਗਾ। ਕੀ ਹੋਏਗਾ? ਸਭ ਕੁਝ ਠੀਕ ਹੋਏਗਾ। ਮੇਰੇ ਜੀਵਨ 'ਚ ਆਉਣ ਵਾਲਾ ਸਮਾਂ ਖੁਸ਼ੀਆਂ ਨਾਲ ਭਰਪੂਰ ਹੋਏਗਾ, ਕਿਉਂਕਿ ਜਿਹਦੇ ਨਾਲ ਮੈਂ ਚੱਲ ਰਿਹਾ ਹਾਂ ਨਾ, ਉਹ ਕੋਈ ਛੋਟੀ ਤਾਕਤ ਨਹੀਂ ਹੈ। ਮੈਂ ਆਪਣੇ ਮਾਲਿਕ ਨਾਲ ਚੱਲ ਰਿਹਾ ਹਾਂ, ਉਹਦੇ ਵਿਸ਼ਵਾਸ ਨਾਲ ਚੱਲ ਰਿਹਾ ਹਾਂ, ਔਰ ਵਿਸ਼ਵਾਸ ਨਾਲ ਚੱਲਣ ਵਾਲਿਆਂ ਨੂੰ ਜਿੱਤ ਵੀ ਜ਼ਰੂਰ ਮਿਲਦੀ ਹੈ। ਇਹ ਗੁਰੂ, ਰਹਿਬਰ, ਪੀਰ, ਪੈਗੰਬਰ, ਔਲੀਆ, ਅਵਤਾਰ ਆਪਣੇ ਆਪਣੇ ਢੰਗ ਨਾਲ ਕਈ ਵਾਰ ਸਮਝਾ ਗਏ। ਸਮਝਦੇ ਹੋ ਕਿ ਨਹੀਂ? ਜਿੱਦਾਂ ਬੱਚੀ ਦੀ ਗੱਲ ਦੱਸੀ ਕਿ ਮਰ ਚੁੱਕੀ ਸੀ, ਤਾਂ ਜੇ ਦੁਬਾਰਾ ਜ਼ਿੰਦਗੀ ਮਿਲੀ ਤਾਂ ਕੀ ਸੀ? ਉਹਨਾਂ ਅੰਦਰ ਵਿਸ਼ਵਾਸ ਸੀ, ਯਕੀਨ ਸੀ ਕਿ ਮਾਲਕ ਨੂੰ ਯਾਦ ਕੀਤਾ, ਮਾਲਕ ਅੱਗੇ ਬੇਨਤੀ ਕੀਤੀ ਤਾਂ ਮਾਲਕ ਨੇ ਦੁਬਾਰਾ ਉਹਦੇ ਸਵਾਸ ਚਲਾ ਦਿੱਤੇ। ਬੋਲੋ ਸਮਝਦੇ ਹੋ ਕਿ ਨਹੀਂ? ਨਾ ਮੁਮਕਿਨ ਵੀ ਮੁਮਕਿਨ ਹੋ ਸਕਦਾ ਹੈ, ਅਸੰਭਵ ਵੀ ਸੰਭਵ ਹੋ ਸਕਦਾ ਹੈ। ਅਗਰ ਤੁਸੀਂ ਵੀ ਅੱਜ ਮੰਨ ਲਵੋ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਔਰ ਇਹ ਸਿਰਫ ਜਵਾਨੋਂ ਨਹੀਂ ਕਹਿਣਾ, ਅਸੀਂ ਕਈ ਵਾਰ ਦੱਸੀਦਾ ਹੈ ਕਿ ਗੱਲ ਉਦੋਂ ਬਣਨੀ ਜਦੋਂ ਦਿਲ ਚੋਂ ਆਵਾਜ਼ ਨਿਕਲੇ। ਕਿਉਂਕਿ ਜਦੋਂ ਦਿਲ ਚੋਂ ਅਸੀਂ ਬੋਲਦੇ ਹਾਂ ਨਾ, ਦਿਲੋਂ ਫੀਲ ਕਰਦੇ ਹਾਂ ਕਿ ਵਾਕਿਆ ਹੀ ਮੇਰਾ ਰੋਮ ਰੋਮ ਵਿਸ਼ਵਾਸ ਨਾਲ ਭਰਿਆ ਹੈ, ਤਾਂ ਫਿਰ ਉਹਦੀ ਰਹਿਮਤ ਵੀ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਤਾਂ ਜੇ ਸਿਰਫ ਜ਼ੁਬਾਨ ਤੇ ਹੋਵੇ ਤਾਂ ਦਿਲ 'ਚ ਕੁਛ ਹੋਰ ਹੋਵੇ, ਤਾਂ ਜ਼ੁਬਾਨ ਤੇ ਕੁਛ ਹੋਰ ਹੋਵੇ, ਤਾਂ ਫਿਰ ਉਹਦੀ ਰਹਿਮਤ ਸਾਡੇ ਤੱਕ ਨਹੀਂ ਪਹੁੰਚਦੀ। ਕਿਉਂਕਿ ਉਹਦੀ ਰਹਿਮਤ ਨੂੰ ਆਪਣੇ ਤੱਕ ਲਿਆਉਣ ਵਾਸਤੇ ਦਿਲ ਦਾ ਕਨੈਕਸ਼ਨ ਜੁੜਨਾ, ਦਿਲ ਦਾ ਕਨੈਕਸ਼ਨ ਜੁੜਨਾ ਜ਼ਰੂਰੀ ਹੈ। ਕੀ ਹੈ? ਇਸ ਲਈ ਇਹ ਤੁਸੀਂ ਵੀ ਆਪਣਾ ਕਨੈਕਸ਼ਨ ਆਪਣੇ ਮਾਲਿਕ ਨਾਲ ਜੋੜ ਦਿਓ, ਤਾਂ ਫਿਰ ਤੁਸੀਂ ਦੇਖੋਗੇ ਕਿ ਅੱਜ ਜਿਹੜੀ ਤੁਹਾਡੇ ਕਈਆਂ ਦੇ ਚਿਹਰੇ ਤੇ ਇੱਕ ਉਦਾਸੀ, ਇੱਕ ਚਿੰਤਾ, ਇੱਕ ਪਰੇਸ਼ਾਨੀ ਨਜ਼ਰ ਆਉਂਦੀ ਹੈ ਨਾ, ਉਹ ਸਾਰੀਆਂ ਉਦਾਸੀਆਂ, ਸਾਰੀਆਂ ਚਿੰਤਾਵਾਂ, ਸਾਰੀਆਂ ਪਰੇਸ਼ਾਨੀਆਂ ਪਰ ਇੱਦਾਂ ਖਤਮ ਹੋ ਜਾਣਗੀਆਂ ਕਿ ਹਰ ਵੇਲੇ ਉਹਨਾਂ ਦੇ ਚਿਹਰੇ ਤੇ ਇੱਕ ਹਲਕੀ ਜਿਹੀ ਮੁਸਕਰਾਹਟ ਹੋਏਗੀ, ਇੱਕ ਖੁਸ਼ੀ ਹੋਏਗੀ ਉਹਨਾਂ ਅੰਦਰ। ਕਿਉਂਕਿ ਵਿਸ਼ਵਾਸ ਦੀ ਨਿਸ਼ਾਨੀ ਇਹ ਹੈ ਕਿ ਜਿਨ੍ਹਾਂ ਨੂੰ ਆਪਣੇ ਮਾਲਿਕ ਤੇ ਯਕੀਨ ਹੈ, ਉਹਨਾਂ ਦੇ ਚਿਹਰਿਆਂ ਤੇ ਹਮੇਸ਼ਾ ਇੱਕ ਹਲਕੀ ਜਿਹੀ ਸਮਾਈਲ ਰਹਿੰਦੀ ਹੈ। ਕੀ ਰਹਿੰਦੀ ਹੈ? ਹੁਣ ਤੁਹਾਡੇ ਫੇਸ ਤੇ ਹੈ ਕਿ ਨਹੀਂ? ਚੈੱਕ ਕਰਿਓ, ਸ਼ੀਸ਼ੇ ਜਾ ਕੇ ਦੇਖਿਓ ਤੁਸੀਂ, ਹੈ ਨਾ? ਕਿਉਂਕਿ ਉੱਥੇ ਪਤਾ ਲੱਗਦਾ ਹੈ ਕਿ ਹਰ ਵੇਲੇ ਮੈਨੂੰ ਲੱਗੇ ਨਾ ਮੇਰੇ ਚਿਹਰੇ ਤੇ ਇੱਕ ਸਮਾਈਲ ਹੈ, ਇੱਕ ਮੁਸਕਰਾਹਟ ਹੈ, ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਅੰਦਰ ਵਿਸ਼ਵਾਸ ਦਾ ਦੀਵਾ ਜਗ ਚੁੱਕਾ ਹੈ। ਹੁਣ ਜਦੋਂ ਅੰਦਰੋਂ ਵਿਸ਼ਵਾਸ ਦਾ ਦੀਵਾ ਜਗ ਜਾਂਦਾ ਹੈ, ਪ੍ਰੇਮ ਦਾ ਦੀਵਾ ਜਗ ਜਾਂਦਾ, ਫਿਰ ਝਲਕਦਾ ਵੀ ਇੱਦਾਂ ਹੀ ਹੈ, ਮੁਸਕਰਾਹਟ ਦੇ ਜ਼ਰੀਏ। ਸਮਝਦੇ ਹੋ? ਇਸ ਕਰਕੇ ਹੱਸ ਕੇ ਦਿਖਾਓ ਥੋੜਾ ਜਿਹਾ, ਫਿਰ ਸਤਸੰਗ ਦੀ ਸਮਾਪਤੀ ਕਰੀਏ। ਅਸੀਂ ਕੋਈ ਟੈਨਸ਼ਨ ਹੈ ਕਿਸੇ ਨੂੰ? ਜੇ ਹੈ ਤਾਂ ਉਹ ਵੀ ਦੱਸ ਦਿਓ ਕਿ ਮੈਨੂੰ ਆਹ ਚੀਜ਼ ਦੀ ਟੈਨਸ਼ਨ, ਆਹ ਚੀਜ਼ ਦੀ ਚਿੰਤਾ ਹੈ। ਜੇ ਹੈ ਚਿੰਤਾ
ਤਾਂ ਫਿਰ ਇੱਕ ਗੱਲ ਆਪਣੇ ਅੰਦਰੋਂ ਕਹਿ ਦਿਓ, ਮੈਂ ਸਾਰੀਆਂ ਚਿੰਤਾਵਾਂ ਛੱਡੀਆਂ ਔਰ ਮੈਨੂੰ ਪੂਰਾ ਯਕੀਨ ਆ ਮੇਰਾ ਮਾਲਿਕ ਮੇਰਾ ਜੀਵਨ 'ਚ ਖੁਸ਼ੀਆਂ। ਬਸ ਜੇ ਉਹ ਕਹਿਤਾ ਨਾ ਆ ਗਈਆਂ, ਤਾਂ ਫਿਰ ਸਮਝ ਲਓ ਆਣੀਆਂ ਸ਼ੁਰੂ ਹੋ ਜਾਂਦੀਆਂ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਆਣੀਆਂ ਸ਼ੁਰੂ ਹੋ ਜਾਂਦੀਆਂ ਹੈ। ਬਸ ਯਕੀਨ ਰੱਖਣਾ ਕਿ ਆ ਗਈਆਂ। ਇਹ ਨਾ ਬੰਦਾ ਸੋਚੇ ਕਦੋਂ, ਕਿੱਦਾਂ, ਕਾਹਤੇ, ਕਿੱਦਾਂ ਆਣਗੀਆਂ, ਕਦੋਂ ਆਣਗੀਆਂ। ਇਹ ਕਦੋਂ ਵਾਲਾ ਸਵਾਲ ਨਾ ਕਰੋ, ਬਲਕਿ ਸੋਚੋ ਆ ਗਈਆਂ। ਮੈਨੂੰ ਯਕੀਨ ਹੈ ਆ ਗਈਆਂ। ਜਦੋਂ ਆ ਗਈਆਂ ਬੰਦਾ ਕਹਿੰਦਾ ਹੈ ਤਾਂ ਫਿਰ ਇਹਦਾ ਮਤਲਬ ਇਹਦੇ ਅੰਦਰ ਵਿਸ਼ਵਾਸ ਹੈ। ਤਾਂ ਜਿਹੜਾ ਕੰਮ 10 ਦਿਨਾਂ ਬਾਅਦ ਹੋਣਾ ਪਹਿਲਾਂ ਹੀ ਹੋ ਜਾਂਦਾ ਹੈ। ਤਾਂ ਜਦੋਂ ਬੰਦਾ ਕਦੋਂ ਹੋਏਗਾ, ਤੇ ਇਹਦਾ ਮਤਲਬ ਹਾਲੇ ਸ਼ੰਕਾ ਹੈ ਅੰਦਰ, ਕਿ ਉਹ ਕਦੋਂ ਕਿੱਦਾਂ ਦਾ ਸਵਾਲ ਉਹੀ ਕਰਦੇ ਆ ਜਿਨ੍ਹਾਂ ਅੰਦਰ ਯਕੀਨ ਨਾ ਹੋਵੇ। ਬੋਲੋ ਸਮਝਦੇ ਹੋ? ਹੁਣ ਇੱਕ ਇਨਸਾਨ ਸ਼ੋਰੂਮ 'ਚ ਜਾਂਦਾ ਹੈ, ਗੱਡੀ ਦੀ ਬੁਕਿੰਗ ਦਿੰਦਾ ਹੈ 50,000 ਰੁਪਇਆ ਕਿ 3 ਮਹੀਨੇ ਬਾਅਦ ਗੱਡੀ ਮਿਲਣੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕੋਈ ਕਦੋਂ ਮਿਲੇਗੀ, ਕਿੱਦਾਂ ਮਿਲੇਗੀ ਭਾਈ, ਕਿੱਥੇ ਬਣੇਗੀ, ਕਿੱਦਾਂ, ਕੋਈ ਟੈਨਸ਼ਨ ਆ ਕੀ। ਤੁਸੀਂ 50,000 ਦੇ ਦਿੱਤਾ, ਹੁਣ ਜਾਓ 3 ਮਹੀਨੇ ਬਾਅਦ ਆਓ ਤਾਂ ਆਪਣੀ ਗੱਡੀ ਲੈ ਜਾਓ। ਯਕੀਨ ਹੁੰਦਾ ਕਿ ਨਹੀਂ ਉੱਥੇ? ਇਸੇ ਤਰ੍ਹਾਂ ਬਸ ਇਹ ਰੱਖੋ, ਮਾਲਕ ਦੇ ਚਰਨਾਂ 'ਚ ਮੈਂ ਬੇਨਤੀ ਕਰ ਦਿੱਤੀ ਤਾਂ ਮੈਨੂੰ ਹੁਣ ਯਕੀਨ ਹੈ। ਮੈਂ ਇਹ ਨਹੀਂ ਪੁੱਛਣਾ ਕਿੱਦਾਂ ਹੋਏਗੀ, ਕਾਹਤੇ ਹੋਏਗੀ, ਇਹ ਤਾਂ ਉਹ ਜਾਣੇ। ਕਿਸਾਨ ਬੀਜ ਬੋ ਦਿੰਦਾ ਹੈ, ਹੁਣ ਪੁੱਛੇ ਅੱਛਾ ਇਹ ਬੀਜ ਦਾਣਾ ਕਿੱਦਾਂ ਟੁੱਟੇਗਾ, ਕਿੱਦਾਂ ਬੇਲ ਨਿਕਲੇਗੀ, ਕੀ ਹੋਏਗਾ, ਕਿੱਦਾਂ ਹੋਏਗਾ। ਕੁਦਰਤ ਤੈਨੂੰ ਮਤਲਬ ਕੀ, ਤੂੰ ਘਰ ਜਾ ਭਾਈ, ਇਹ ਮੇਰੀ ਡਿਊਟੀ ਹੈ, ਮੇਰੀ ਜ਼ਿੰਮੇਵਾਰੀ ਹੈ। ਬੀਜ ਮੇਰੇ ਹਵਾਲੇ ਕੀਤਾ ਹੈ, ਇਹਨੂੰ ਤੋੜ ਕੇ ਝੋਂ ਅੰਕੁਰ ਆਪੇ ਮੈਂ ਪੈਦਾ ਕਰੂੰ। ਹਾਂ ਤੇਰਾ ਜਿਹੜਾ ਕੰਮ ਹੈ ਨਾ ਉਹ ਕਰ, ਤੂੰ ਪਾਣੀ ਦੇਣਾ ਉਹ ਦੇ, ਖਾਦ ਪਾਣੀ ਉਹ ਕਰ, ਜੋ ਤੇਰੇ ਹੱਥ ਵਿੱਚ ਹੈ ਤੂੰ ਬਾਹਰੀ ਤੌਰ ਤੇ ਕਰ, ਤਾਂ ਜੋ ਅੰਦਰੂਨੀ ਤੌਰ ਤੇ ਦਾਣੇ ਅੰਦਰ ਮੈਂ ਕਰ ਲੂੰ, ਮੈਂ ਆਪੇ ਹੀ ਕਰੀ ਜਾਣਾ ਹੈ। ਕਿਉਂਕਿ ਕਿਸਾਨ ਪਾਣੀ ਦੇ ਸਕਦਾ, ਖਾਦ ਪਾ ਸਕਦਾ ਹੈ, ਦਾਣੇ ਚੋਂ ਬੇਲ ਉਹ ਕੱਢ ਸਕਦਾ। ਜੇ ਕਿਸਾਨ ਦੇ ਹੱਥ 'ਚ ਹੁੰਦਾ ਤਾਂ ਕਿਸਾਨ ਘਰ ਬੈਠੇ ਤੋੜ ਕੇ ਐਂ ਖਿੱਚ ਲੈਂਦਾ ਵਿੱਚੋਂ, ਆਹ ਕੱਢ ਲਿਆ ਬੂਟਾ ਮੈਂ, ਆਹ ਹੁਣ ਬੂਟੇ ਨੂੰ ਕੱਢ ਲੈ ਦਾਣੇ। ਨਹੀਂ, ਇਹ ਕਿਸਾਨ ਦੇ ਹੱਥ 'ਚ ਨਹੀਂ ਹੁੰਦਾ। ਉਹਨੂੰ ਪਤਾ ਜੋ ਮੇਰੇ ਕਰਨ ਵਾਲਾ ਉਹ ਕਰਾਂ, ਬਾਕੀ ਕੁਦਰਤ ਨੇ ਕਿੱਦਾਂ ਕਰਨਾ ਆ ਉਹ ਉੱਤੇ ਛੱਡ ਦੇਵਾਂ। ਔਰ ਜਦੋਂ ਉੱਤੇ ਛੱਡ ਦਿੰਦਾ ਹੁੰਦਾ ਵੀ ਫਿਰ ਠੀਕ ਹੈ। ਹਾਂ ਜੋ ਮੇਰੀ ਮਿਹਨਤ ਕਰਨ ਵਾਲੀ ਮੈਂ ਕਰਾਂ, ਇਸ ਲਈ ਆਪਣੇ ਮਾਲਿਕ ਦਾ ਸਿਮਰਨ ਕਰਾਂ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖਾਂ, ਆਪਣੇ ਮਾਲਿਕ ਤੇ ਭਰੋਸਾ ਰੱਖਾਂ। ਇਹ ਮੇਰਾ ਕਰਨ ਦਾ ਕੰਮ ਹੈ। ਬਾਕੀ ਉਹਨਾਂ ਰਹਿਮਤ ਕਿੱਦਾਂ ਕਰਨੀ ਹੈ, ਬਿਗੜੀ ਕਿੱਦਾਂ ਬਣਾਉਣੀ ਹੈ, ਝੋਲੀ ਕਿੱਦਾਂ ਭਰਨੀ ਹੈ, ਉੱਤੇ ਛੱਡ ਦੇ। ਉਹਨਾਂ ਕਿੱਦਾਂ ਕਿੱਥੋਂ ਕਿੱਥੋਂ ਕੀ ਕਰਨਾ ਉਹ ਆਪੇ ਹੀ ਕਰੇਗਾ। ਭਾਈ ਤੂੰ ਵਿਸ਼ਵਾਸ ਰੱਖ, ਤੂੰ ਯਕੀਨ ਰੱਖ। ਸਮਝਦੇ ਹੋ ਕਿ ਨਹੀਂ? ਹੁਣ ਇੱਕ ਗੱਲ ਦਾ ਜਵਾਬ ਦਿਓ ਸਾਨੂੰ। ਜਦੋਂ ਬੱਚਾ ਮਾਂ ਦੇ ਗਰਭ 'ਚ ਹੁੰਦਾ ਹੈ, ਮਾਂ ਦੇ ਗਰਭ 'ਚ ਹੁੰਦਾ ਕਿ ਨਹੀਂ? ਹੁਣ ਦੇਖੋ ਹੱਡੀ ਬਣਦੀ ਹੈ ਕਿ ਨਹੀਂ, ਅੱਖਾਂ ਬਣਦੀਆਂ ਕਿ ਨਹੀਂ, ਇਹ ਕੰਨ, ਇਹ ਹੱਥ ਪੈਰ, ਸਰੀਰ ਦੇ ਹਰ ਅੰਗ, ਨਾਖੂਨ, ਇਹ ਹਰ ਚੀਜ਼ ਬਣਦੀ ਹੈ। ਉਹ ਮਟੀਰੀਅਲ ਆਂਦਾ ਕਿੱਥੋਂ ਹੈ? ਜੇ ਬੰਦਾ ਸੋਚੇ ਕਿ ਮਟੀਰੀਅਲ ਕਿੱਥੋਂ ਆਇਆ, ਐਦਾਂ ਤਾਂ ਨਹੀਂ। ਉਹ ਕੁਦਰਤ ਕਹਿੰਦੀ ਜਦੋਂ ਮੈਂ ਕਰਨਾ ਨਾ ਕੁਛ ਤੇ ਮੇਰੀ ਮੌਜ ਹੈ। ਕਹਿੰਦੇ ਵਿਗਿਆਨ ਵੀ ਅੱਜ ਤੱਕ ਹੈਰਾਨ ਹੋ ਜਾਂਦਾ ਕਿ ਇਨਸਾਨ ਦੇ ਸਿਸਟਮ ਅੰਦਰ ਸਾਰਾ ਕੁਝ ਚੱਲ ਕਿੱਦਾਂ ਰਿਹਾ। ਸਮਝ ਨਹੀਂ ਆ ਰਹੀ ਕਿ ਰੋਟੀ ਖਾਂਦਾ ਹੈ ਤਾਂ ਵਿਟਾਮਿਨ ਉਹਦੇ ਕਿੱਦਾਂ ਬਣ ਜਾਂਦੇ ਆ, ਜਾਂ ਅੰਦਰ ਜੋ ਕਹਿੰਦੇ ਖੂਨ ਉਹਦਾ ਬਣ ਗਿਆ, ਕਿਉਂਕਿ ਜੋ ਖਾਂਦੇ ਉਹਦਾ ਹੀ ਬਣਦਾ ਨਾ ਖੂਨ। ਜੋ ਅੰਦਰ ਸਾਡੇ ਬੋਡੀ ਦੀਆਂ ਜਿਹੜੀਆਂ ਜ਼ਰੂਰਤਾਂ ਹੈ ਕਿ ਸਾਨੂੰ ਵਿਟਾਮਿਨ ਡੀ, ਸੀ, ਏ, ਬੀ ਜੋ ਵੀ ਚਾਹੀਦੇ ਹੈ ਉਹਨਾਂ ਚੀਜ਼ਾਂ 'ਚੋਂ ਨਿਕਲਦੇ ਹੈ। ਔਰ ਜਿੱਥੇ ਇਸਦੇ ਜਿਹੜੀ ਲੋੜ ਹੈ ਉੱਥੇ ਪਹੁੰਚ ਜਾਂਦੀ ਹੈ। ਉਹ ਪਹੁੰਚ ਜਾਂਦੀ ਹੈ ਕਿ ਨਹੀਂ? ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਜਿੱਦਾਂ ਕਹਿੰਦੇ ਨਾ ਕਿਸੇ ਸਿਰ ਦਰਦ ਹੈ ਗੋਲੀ ਖਾਂਦਾ ਹੈ ਤਾਂ ਸਿਰ ਦਰਦ ਦੂਰ ਹੋ ਜਾਂਦੀ ਹੈ। ਕਿਸੇ ਦੇ ਪੇਟ ਦਰਦ ਹੈ ਗੋਲੀ ਖਾਂਦਾ, ਪੇਟ ਦਰਦ ਦੂਰ ਹੋਇਆ। ਗੋਲੀ ਨੂੰ ਕਿੱਦਾਂ ਪਤਾ ਲੱਗਦਾ ਭਾਈ ਇਹ ਸਿਰ ਦਰਦ ਦੀ ਗੋਲੀ ਤਾਂ ਸਿਰ ਨੂੰ ਹੀ ਪਹੁੰਚਣਾ, ਕਿਤੇ ਗਿੱਟੇ ਨੂੰ ਨਹੀਂ ਪਹੁੰਚਣਾ। ਸਮਝ ਆ ਰਹੀ ਹੈ ਕਿ ਨਹੀਂ? ਇਹ ਕੁਦਰਤ ਕੰਮ ਕਰਦੀ ਹੈ, ਕਿਉਂਕਿ ਕੁਦਰਤ ਨੂੰ ਪਤਾ ਇਹ ਚੀਜ਼ ਨੂੰ ਪਹੁੰਚਾਉਣਾ ਕਿੱਥੇ ਹੈ, ਬੰਦੇ ਦੇ ਹੱਥ 'ਚ ਨਹੀਂ ਹੈ। ਹੁਣ ਨੱਥੂ ਲਾਲ ਕਹਿੰਦੇ ਨਾ, ਨੱਥੂ ਲਾਲ ਦੇ ਸਿਰ ਦਰਦ ਸੀ, ਡਾਕਟਰ ਕੋ ਗਿਆ, ਡਾਕਟਰ ਕੋ ਗੋਲੀ ਲੈ ਲਈ, ਡਾਕਟਰ ਕਹਿੰਦਾ ਹੁਣੇ ਹੀ ਖਾ ਲੈ। ਹੁਣ ਜਦੋਂ ਗੋਲੀ ਖਾਧੀ ਨੱਥੂ ਲਾਲ ਨੇ, ਡਾਕਟਰ ਬਾਹਰ ਗਿਆ, ਦੇਖਿਆ ਨੱਥੂ ਲਾਲ ਸਿਰ ਥੱਲੇ ਕਰਕੇ ਲੱਤਾਂ ਉੱਪਰ ਕਰਕੇ ਕੰਧ ਨਾਲ ਖੜਾ। ਜਿਹਨੂੰ ਸੀ ਉਹ ਡਾਕਟਰ ਨੇ ਕੀ ਕਰ ਰਿਹਾ ਆ? ਕਹਿੰਦਾ ਮਾਰੇ ਸਿਰ ਦਰਦ ਦੀ ਗੋਲੀ ਹੈ। ਮੈਂ ਕਿਹਾ ਖਾ ਕੇ ਸਿਰ ਨੂੰ ਹੀ ਜਾਵੇ, ਕਿਤੇ ਢਿੱਡ 'ਚ ਨਾ ਚਲੀ ਜਾਵੇ, ਫਿਰ ਸਿਰ ਕਿੱਦਾਂ ਠੀਕ ਹੋਊਗਾ ਮੇਰਾ, ਕਿਉਂਕਿ ਸਿਰ ਤਾਂ ਮੇਰਾ ਦਰਦ ਤਾਂ ਮੇਰਾ ਸਿਰ ਕਰ ਰਿਹਾ। ਉਹ ਡਾਕਟਰ ਕਹਿੰਦਾ ਬਸ ਕਰ ਭਰਾਵਾ, ਬਹਿ ਜਾ। ਇਹ ਤੇਰੇ ਅੰਦਰ ਰੱਬ ਨੇ ਇਦਾਂ ਦਾ ਸਿਸਟਮ ਰੱਖਿਆ ਹੈ ਕਿ ਤੂੰ ਜੋ ਖਾਏਗਾ ਨਾ ਉਹ ਜਿੱਥੇ ਉਹਦੀ ਲੋੜ ਹੈ ਉਹਨੇ ਆਪੇ ਹੀ ਉੱਥੇ ਅਸਰ ਕਰ ਦੇਣਾ ਹੈ। ਹੁਣ ਤੁਸੀਂ ਕੋਈ ਅੱਖਾਂ ਵਾਸਤੇ ਕੋਈ ਦਵਾਈ ਖਾਂਦੇ ਹੋ ਤਾਂ ਅੱਖਾਂ ਨੂੰ ਲੋੜ ਹੈ, ਕੁਦਰਤ ਉਹਨੂੰ ਪਹੁੰਚਾ ਦਿੰਦੀ ਹੈ ਉੱਥੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਕਈ ਕਹਿੰਦੇ ਆ ਨਾ ਕਿ ਭਾਈ ਹੱਡੀਆਂ ਵਾਸਤੇ ਕੈਲਸ਼ੀਅਮ ਜ਼ਰੂਰੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਕੈਲਸ਼ੀਅਮ ਦੀ ਕੋਈ ਵੀ ਚੀਜ਼ ਖਾਂਦੇ ਹੋ ਤਾਂ ਹੱਡੀਆਂ ਨੂੰ ਜਾਣਾ ਹੈ, ਕਿਉਂਕਿ ਪਤਾ ਉਹਦੀ ਜ਼ਰੂਰਤ ਹੈ। ਬੰਦਾ ਸੌ ਜਾਵੇ, ਬੰਦਾ ਖੇਡਦਾ ਹੋਵੇ, ਬੰਦਾ ਟੀਵੀ ਦੇਖਦਾ ਹੋਵੇ, ਕੁਦਰਤ ਆਪਣੇ ਆਪ ਹੀ ਉਹ ਚੀਜ਼ ਨੂੰ ਉੱਥੇ ਲੈ ਜਾਂਦੀ। ਬੰਦੇ ਨੂੰ ਤਾਂ ਪਤਾ ਹੀ ਨਹੀਂ ਲੱਗਦਾ। ਇੱਦਾਂ ਹੀ ਇਹਨੂੰ ਕਹਿੰਦੇ ਆ ਤੁਸੀਂ ਬੇਨਤੀ ਕਰੋ, ਫਰਿਆਦ ਕਰੋ, ਅਰਦਾਸ ਕਰੋ ਕਿ ਐ ਮੇਰੇ ਮਾਲਿਕ ਮੈਨੂੰ ਆ ਚਾਹੀਦਾ ਹੈ। ਯਕੀਨ ਰੱਖੋ ਉਹ ਕਿੱਦਾਂ ਕਰੇਗਾ।
ਆਪਣੇ ਆਪ ਹੀ ਤੁਹਾਡੇ ਤੱਕ ਉਹਨਾਂ ਲਿਆ ਨਾ, ਤੁਸੀਂ ਟੈਨਸ਼ਨ ਛੱਡੋ। ਇਹਨੂੰ ਕਹਿੰਦੇ ਵਿਸ਼ਵਾਸ। ਸਮਝਦੇ ਹੋ ਕਿ ਨਹੀਂ? ਤਾਂ ਹੀ ਤਾਂ ਕਹਿੰਦੇ खुदा कबूल करता है हर वो दुआ जो दिल से होती है, मगर मुश्किल तो ये है जे बड़ी मुश्किल से होती है। यकीन रखो, विश्वास रखो, बस कर्म की भावना, क्योंकि जो तुहाडे करने वाला ना तुहानू ही करना पैना है। समझते हो कि नहीं? जे हुण जिद्दां दस्सिया किसान का कर्म जो है बीज बोना, उन्होंने बोना ही पैना है, फिर ही कुदरत ने अपना काम करना है। तो जे किसान ही कदम ना बढ़ावे खेत की तरफ, बीज ही ना पावे, तो फिर कुदरत भी की करेगी। ਇਹਨੂੰ ਕਹਿੰਦੇ ਮਿਹਨਤ ਮੇਰੀ ਤਾਂ ਰਹਿਮਤ। ਬਸ ਮਿਹਨਤ ਥੋੜੀ ਜਿਹੀ ਕਰਨੀ ਪੈਣੀ ਹੈ, ਬਾਕੀ ਰਸਤਾ ਉਹ ਆਪਣੇ ਆਪ ਦਿੰਦਾ ਚਲਾ ਜਾਂਦਾ, ਕਿਰਪਾ ਆਪਣੇ ਆਪ ਹੀ ਕਰਦਾ ਚਲਾ ਜਾਂਦਾ ਹੈ। ਸੋ ਯਕੀਨ ਰੱਖੋ ਆਪਣੇ ਮਾਲਿਕ ਤੇ, ਭਰੋਸਾ ਰੱਖੋ। ਕੋਈ ਵੀ ਤਕਲੀਫ ਹੈ, ਕੋਈ ਵੀ ਚਿੰਤਾ ਹੈ, ਕੋਈ ਵੀ ਪਰੇਸ਼ਾਨੀ ਹੈ, ਤੇ ਇੱਕ ਗੱਲ ਦਾ ਪੂਰਾ ਆਪਣੇ ਅੰਦਰ ਵਿਸ਼ਵਾਸ ਰੱਖਣਾ ਕਿ ਮੈਂ ਇਕੱਲਾ ਨਹੀਂ ਹਾਂ, ਮੇਰਾ ਮਾਲਿਕ ਮੇਰੇ ਨਾਲ ਹੈ। ਮੈਨੂੰ ਕਾਮਯਾਬੀ, ਮੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਉਹ ਜ਼ਰੂਰ ਕਰੇਗਾ, ਕਿਉਂਕਿ ਉਹ ਮੇਰੇ ਨਾਲ ਹੈ। ਜਿੱਦਾਂ ਹੀ ਤੁਹਾਡੇ ਅੰਦਰ ਵਿਸ਼ਵਾਸ ਪੈਦਾ ਹੁੰਦਾ ਹੈ ਤਾਂ ਫਿਰ ਆਪਣੇ ਆਪ ਹੀ ਬੁੱਲਿਆ ਰੱਬ ਤੇ ਰੱਖ ਭਰੋਸਾ, ਨਾ ਫਿਰ ਡਾਮਾ ਡੋਲ, ਇੱਕ ਭਰੋਸਾ ਰਹਿਮਤ ਵਾਲੇ ਕਈ ਦਰ ਦਿੰਦਾ। ਉਹਦੇ ਰਹਿਮਤ ਐਸੀ ਹੈ ਕਿ ਕਈ ਦਰਵਾਜ਼ੇ ਰਹਿਮਤਾਂ ਦੇ ਖੁੱਲ ਜਾਂਦੇ ਆ, ਫਿਰ ਇਨਸਾਨ ਨੂੰ ਕਮੀ ਕੋਈ ਨਹੀਂ ਆਉਂਦੀ। ਸੋ ਆਪਣੇ ਅੰਦਰ ਵਿਸ਼ਵਾਸ ਰੱਖੋ, ਭਰੋਸਾ ਰੱਖੋ, ਯਕੀਨ ਰੱਖੋ, ਹਰ ਕਦਮ ਤੇ ਹਰ ਪਲ ਮਾਲਿਕ ਤੁਹਾਡੇ ਨਾਲ ਹੈ। ਔਰ ਫਿਰ ਇੱਕ ਵਾਰ ਯਾਦ ਦਿਲਾਵਾਂਗੇ ਕਿ ਭਰਿਆ ਉਸ ਦਾ ਜਾਣੀਏ ਜਿਸ ਹੱਥ ਵਿੱਚ ਇਸ਼ਕ ਘੜੇ, ਕਿ ਜਿਨ੍ਹਾਂ ਦੇ ਅੰਦਰ ਸੱਚਾ ਪ੍ਰੇਮ ਹੈ, ਸੱਚਾ ਵਿਸ਼ਵਾਸ ਹੈ, ਭਰਪੂਰ ਹੋ ਕੇ ਫਿਰ ਉਹੀ ਜਾਂਦੇ। ਜਿੱਦਾਂ ਪਾਣੀ ਵਾਸਤੇ ਘੜਾ ਜ਼ਰੂਰੀ ਹੈ, ਫਿਰ ਹੀ ਘਰ ਜਾਏਗਾ, ਇਸੇ ਤਰ੍ਹਾਂ ਉਹਦੀਆਂ ਰਹਿਮਤਾਂ ਵਾਸਤੇ ਅੰਦਰ ਇਸ਼ਕ ਦਾ ਹੋਣਾ, ਵਿਸ਼ਵਾਸ ਦਾ ਹੋਣਾ ਜ਼ਰੂਰੀ ਹੈ। ਫਿਰ ਹੀ ਅਸੀਂ ਉਹਦੀਆਂ ਰਹਿਮਤਾਂ ਨੂੰ ਸੰਭਾਲ ਕੇ ਆਪਣੇ ਜੀਵਨ 'ਚ ਉਤਾਰ ਪਾਉਂਦੇ ਹਾਂ, ਯਾਨੀ ਆਪਣੇ ਨਾਲ ਲੈ ਕੇ ਜਾ ਪਾਉਂਦੇ ਹਾਂ। ਕਿਉਂਕਿ ਇਸ਼ਕ ਪ੍ਰੇਮ ਇਹ ਇੱਦਾਂ ਦਾ ਘੜਾ ਹੈ ਜਿੱਥੇ ਉਹਦੀ ਰਹਿਮਤ ਭਰਪੂਰ ਹੋ ਜਾਂਦੀ ਹੈ, ਔਰ ਫਿਰ ਇਨਸਾਨ ਨੂੰ ਜੀਵਨ 'ਚ ਕੋਈ ਕਮੀ ਨਹੀਂ ਆਉਂਦੀ। ਸੋ ਅੰਦਰ ਵਿਸ਼ਵਾਸ ਰੱਖੋ, ਯਕੀਨ ਰੱਖੋ, ਹਰ ਕਦਮ ਤੇ ਹਰ ਪਲ ਹਰ ਘੜੀ ਤੁਹਾਡਾ ਮਾਲਿਕ ਤੁਹਾਡੇ ਨਾਲ ਹੈ। ਮਾਲਿਕ ਤੁਹਾਡੇ, ਮੇਰਾ ਮਾਲਿਕ ਮੇਰੇ, ਮੇਰਾ ਮਾਲਿਕ ਮੇਰੇ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੈਨੂੰ ਆਪਣੇ ਮਾਲਿਕ ਤੇ ਪੂਰਾ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਰਹਿਮਤ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੀਆਂ ਝੋਲੀਆਂ ਖੁਸ਼ੀਆਂ ਨਾਲ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ, ਮੇਰੇ ਸਾਰੇ ਦੁੱਖ ਦੂਰ। ਤਾਂ ਜਾਓ, ਮਾਲਿਕ ਤੁਹਾਡੇ ਸਾਰੇ ਦੁੱਖ ਦੂਰ ਕਰਨ, ਤੁਹਾਡੀਆਂ ਝੋਲੀਆਂ ਖੁਸ਼ੀਆਂ ਰਹਿਮਤਾਂ ਨਾਲ ਮਾਲਿਕ ਭਰਪੂਰ ਕਰਨ। ਇਹੀ ਸਾਡੀ ਉਸ ਮਾਲਿਕ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ। ਹੁਣ ਇਹਨਾਂ ਵਚਨਾਂ ਦੇ ਨਾਲ ਹੀ ਅਸੀਂ ਅੱਜ ਦੇ ਸਤਸੰਗ ਦੀ ਸਮਾਪਤੀ ਕਰਾਂਗੇ। ਔਰ ਸਮਾਪਤੀ ਕਰਨ ਤੋਂ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਵੀ ਹੈ ਪ੍ਰੋਗਰਾਮਾਂ ਬਾਰੇ ਕਿ 13 ਜੂਨ ਬੜਾ ਖਾਸ ਦਿਨ ਆ ਰਿਹਾ ਹੈ, ਕਿਉਂਕਿ ਉਸ ਦਿਨ ਬੜੇ ਮਾਲਕਾਂ ਦੀ ਬਰਸੀ ਵੀ ਹੈ, ਸਾਲਾਨਾ ਬਰਸੀ, ਔਰ ਉਸ ਦੇ ਨਾਲ ਨਾਲ ਉਸ ਦਿਨ ਨਿਸ਼ਾਨ ਸਾਹਿਬ ਦੀ ਚੜ੍ਹਾਈ ਵੀ ਹੈ, ਯਾਨੀ ਸਾਲਾਨਾ ਮੇਲਾ ਹੈ। ਜਦੋਂ ਸਾਲ ਬਾਅਦ ਦੇ ਨਿਸ਼ਾਨ ਸਾਹਿਬ ਜੋ ਤੁਸੀਂ ਦੇਖ ਰਹੇ ਹੋ, ਜਿੱਥੇ ਖੜ੍ਹ ਕੇ ਤੁਸੀਂ ਫਰਿਆਦ ਵੀ ਕਰਦੇ ਹੋ, ਅਰਦਾਸ ਬੇਨਤੀ ਵੀ ਕਰਦੇ ਹੋ, ਸਾਲ ਬਾਅਦ ਦੇ ਨਿਸ਼ਾਨ ਸਾਹਿਬ ਦੇ ਚੋਲੇ ਬਦਲੀ ਕੀਤੇ ਜਾਂਦੇ ਹੈ। ਇਸ ਵਾਰ ਯਾਦ ਰੱਖਣਾ ਕਿ 13 ਤਰੀਕ ਦਿਨ ਐਤਵਾਰ ਇਹ ਸਾਲਾਨਾ ਮੇਲਾ ਹੈ, ਮਾਲਕਾਂ ਦੀ ਬਰਸੀ ਵੀ ਹੈ, ਯਾਨੀ ਇੱਕ ਦਿਨ ਦੇ ਵਿੱਚ ਇਹ ਦੋ ਰਹਿਮਤਾਂ ਦਾ ਸਮਾਂ ਹੈ। ਤਾਂ ਕੋਸ਼ਿਸ਼ ਕਰੋ ਜਿੱਦਾਂ ਅੱਜ ਤੁਸੀਂ ਪਹੁੰਚੇ ਹੋ, ਵੈਸੇ ਤਾਂ ਚਲੋ ਅਗਲੇ ਵੀਰਵਾਰ ਵੀ ਤੁਸੀਂ ਆਉਣਾ ਹੀ ਹੈ, ਪਰ ਫਿਰ ਵੀ ਇਹ ਸਮਝ ਲੈਣਾ ਕਿ 13 ਤਰੀਕ ਦਾ ਤਾਂ ਖਾਸ ਦਿਨ ਹੈ, ਦਿਨ ਐਤਵਾਰ ਹੈ। ਉਸ ਦਿਨ ਆਪ ਵੀ ਪਹੁੰਚਣਾ ਹੈ, ਆਪਣੇ ਨਾਲ ਨਾਲ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਲੈ ਕੇ ਆਉਣਾ, ਕਿਉਂਕਿ ਬਹੁਤ ਬੜੀਆਂ ਰਹਿਮਤਾਂ ਦਾ ਦਿਨ ਹੈ, ਬਹੁਤ ਬੜੀਆਂ ਬਖਸ਼ਿਸ਼ਾਂ ਦਾ ਦਿਨ ਹੈ। ਔਰ ਜਦੋਂ ਇਹਨਾਂ ਪਲਾਂ ਦੇ ਵਿੱਚ, ਇਹਨਾਂ ਘੜੀਆਂ ਵਿੱਚ ਇਨਸਾਨ ਆਪਣੀ ਹਾਜ਼ਰੀ ਮਾਲਕ ਦੇ ਘਰ ਲਵਾਉਂਦਾ ਹੈ ਤਾਂ ਫਿਰ ਬਹੁਤ ਕੁਝ ਲੈ ਕੇ ਜਾਂਦਾ ਹੈ। ਔਰ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਤੁਹਾਨੂੰ ਉਸ ਮਾਲਕ ਨੇ ਜੀਵਨ ਦਿੱਤਾ ਨਾ, ਤਾਂ ਤੁਹਾਡੇ ਜੀਵਨ 'ਚ ਇੰਨਾ ਆਨੰਦ ਭਰ ਜਾਵੇ, ਇੰਨੀਆਂ ਖੁਸ਼ੀਆਂ ਭਰ ਜਾਣ, ਇੰਨਾ ਤੁਹਾਡੇ ਜੀਵਨ 'ਚ ਮੁਸਕਰਾਹਟ ਭਰ ਜਾਵੇ ਕਿ ਵਾਕਈ ਇਹ ਦੁਨੀਆ ਹੈਰਾਨ ਰਹਿ ਜਾਵੇ ਕਿ ਭਾਈ ਤੂੰ ਕਿੱਥੇ ਗਿਆ ਸੀ, ਜਾਂ ਕਿਹੜੀ ਜਗ੍ਹਾ ਤੂੰ ਜਾ ਕੇ ਬੈਠਾ ਸੀ ਕਿ ਜਿਹੜਾ ਤੇਰੇ ਜੀਵਨ 'ਚ ਇੰਨਾ ਆਨੰਦ ਹੈ, ਇੰਨੀ ਸ਼ਾਂਤੀ, ਇੰਨਾ ਸਕੂਨ ਹੈ। ਦੁਨੀਆ ਨੂੰ ਪਤਾ ਲੱਗੇ ਕਿ ਜੇ ਮਾਲਕ ਦੇ ਘਰ 'ਚ ਅਸੀਂ ਗਏ ਸੀ ਤਾਂ ਮਾਲਕਾਂ ਨੇ ਖੁਸ਼ੀਆਂ ਨਾਲ ਭਰਪੂਰ ਕਰਕੇ ਸਾਨੂੰ ਭੇਜਿਆ। ਸੋ ਆਪ ਤਾਂ ਅਸੀਂ ਉਹਦੀਆਂ ਰਹਿਮਤਾਂ ਨੂੰ ਹਾਸਲ ਕਰਨਾ ਹੀ, ਆਪਣੇ ਨਾਲ ਨਾਲ ਕੋਸ਼ਿਸ਼ ਕਰੋ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਨੂੰ ਵੀ ਦੱਸੀਏ ਕਿ ਪਹੁੰਚੀਏ 13 ਤਰੀਕ ਨੂੰ, ਔਰ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਈਏ। ਇਸ ਲਈ ਯਾਦ ਰੱਖਣਾ 13 ਜੂਨ ਦਿਨ ਐਤਵਾਰ ਇਹ ਖੁਸ਼ੀਆਂ ਦਾ ਦਿਨ ਹੈ, ਰਹਿਮਤਾਂ ਦਾ ਦਿਨ ਹੈ। ਇਸ ਲਈ ਹੁਮ ਹਮਾ ਕੇ ਅਸੀਂ ਪਹੁੰਚਣਾ ਹੈ ਔਰ ਮਾਲਕ ਦੀਆਂ ਰਹਿਮਤਾਂ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਬਣਾਉਣਾ ਹੈ। ਔਰ ਹੁਣ ਅੰਤ ਵਿੱਚ ਇਹੀ ਉਸ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਾਂਗੇ ਕਿ ਮਾਲਕ ਤੁਹਾਨੂੰ ਸਭ ਨੂੰ ਨਾਮ ਨਾਲ ਜੁੜਨ ਦੀ ਤਾਕਤ ਦੇਣ, ਤੁਹਾਨੂੰ ਸਭ ਨੂੰ ਨਾਮ ਜਪਣ ਦੀ ਤਾਕਤ ਦੇਣ, ਸੇਵਾ ਸਿਮਰਨ ਕਰਨ ਦਾ, ਨੇਕ ਮਾਰਗ 'ਤੇ ਚੱਲਣ ਦਾ ਮਾਲਕ ਤੁਹਾਨੂੰ ਬਲ ਬਖਸ਼ਣ, ਔਰ ਆਪਣੀ ਕਿਰਪਾ, ਦਇਆ, ਮਿਹਰ, ਰਹਿਮਤ, ਬਖਸ਼ਿਸ਼ ਹਮੇਸ਼ਾ ਤੁਹਾਡੇ ਅੰਦਰ
मालिक बनाए रखन तुहाडे उपर और तुहाडे अंदर वो सच्चा इश्क, सच्ची मुहब्बत, सच्चा प्यार पैदा कर देन, ताकि तुसी जिथे भी जाओ ओदियां रहमतां तुहाडे नाल नाल जान, ताकि जिधर भी तुसी जाओ खुशियां तुहाडे नाल जान, कामयाबी सफलता तुहाडे नाल नाल जावे, क्योंकि जिहड़े ओहदे आशिक हुंदे है फिर ओहदी रहमत हर कदम ते उन्हां दे नाल चलदी है। जिन्हें अंदर विश्वास हुंदा है फिर वो हर कदम ते उन्हां दी हिफाजत करते हैं। इसलिए अपने अंदर विश्वास रखो, यकीन रखो कि तू मेरा राखा सबनी थाई, ये यकीन रखना है तो फिर किसी चीज़ तो डरन की जरूरत नहीं है, किसी चीज़ की चिंता करने की जरूरत नहीं है। सो मालिक खुशियां दे नाल, रहमतां नाल, बरकतां नाल तुहानूं भरपूर रखन, आने वाला हर पल हर घड़ी तुहाडे वास्ते खुशियां भरी होवे, सुख शांति भरी होवे, यही साडी उस मालिक के चरणों च अरदास बेनती है। और अज जिन्ने भी जीव उस मालिक के दर पर हाज़री लगा रहे हैं, मालिक तुहाडी सब की हाज़री अपने चरणों च कबूल करन। और बहुत जीव अज ऐसे है जिहड़े न्याज़ां भी लैके आए हैं, जे कोई अपनी तकलीफ दुख की न्याज़ लैके आया है तो जिस भावना नाल जीव न्याज़ लैके आया है, मालिक उहदी न्याज़ नूं कबूल करन, उहदी फरियाद नूं, उहदी भावना नूं पूरा करन। और जे कोई जीव अज खुशी की न्याज़ लैके आया है तो मालिक उहदी खुशी की न्याज़ भी कबूल करन, और वो जीव की झोली च इन्नियां खुशियां पा देन कि उन्होंने कभी फरियादा करने की जरूरत ही ना पवे। और अपनी रहमत, अपनी कृपा, दया, मेहर हमेशा मालिक तुहाडे ते बनाए रखन, यही साडी उस मालिक के चरणों च अरदास बेनती है। और हुण अंत विच तुहाडे सब दे अंदर वसदे उस मालिक नूं असीं प्रणाम करदे हां। साडा प्रणाम स्वीकार करो। जय मालिका दी। सब्सक्राइब कीजिए सर्व संचा दरबार कांटियाँ शरीफ चैनल को और बेल आइकन दबाइए मालिक जी के लेटेस्ट सत्संग की वीडियो को सबसे पहले देखने के लिए।